ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਨੀਤਾ ਭਾਟੀਆ, ਪੰਜਾਬੀ ਮਿਸਟਰੈਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਜ਼ਿਲ੍ਹਾ ਗੁਰਦਾਸਪੁਰ ਤੋਂ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹੋਈ ਹਾਂ ਤੁਹਾਡੀ ਵਿਆਕਰਨ ਦੀ ਪੁਸਤਕ ਵਿੱਚੋਂ ਕਾਂਡ ਪਹਿਲਾ, ਜਿਸ ਵਿੱਚ ਅਸੀਂ ਵਿਆਕਰਨ ਦੀ ਪਰਿਭਾਸ਼ਾ, ਮੰਤਵ ਅਤੇ ਅੰਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਬੱਚਿਓ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਕੋਲ ਮਨੁੱਖ ਕੋਲ ਭਾਸ਼ਾ ਦਾ ਵੱਡਮੁੱਲਾ ਖਜ਼ਾਨਾ ਹੈ, ਜਿਸ ਨੂੰ ਵਰਤ ਕੇ ਮਨੁੱਖ ਨੇ ਸਮਾਜ ਵਿੱਚ ਤਰੱਕੀ ਕੀਤੀ ਹੈ ਅਤੇ ਕਰਦਾ ਰਿਹਾ ਹੈ ਅਤੇ ਅਗਾਂਹ ਵੀ ਕਰਦਾ ਰਹੇਗਾ। ਜਦੋਂ ਅਸੀਂ ਛੋਟੇ ਹੁੰਦੇ ਹਾਂ, ਬਚਪਨ ਵਿੱਚ ਹੀ ਹੌਲੀ ਹੌਲੀ ਅਸੀਂ ਬੋਲਣਾ ਸਿੱਖਦੇ ਹਾਂ, ਅਤੇ ਜਦੋਂ ਬੱਚਾ ਛੋਟਾ ਹੁੰਦਾ ਹੈ ਅਤੇ ਬੋਲਣ ਲੱਗਿਆਂ ਉਹ ਕੁਝ ਗਲਤ ਅਤੇ ਕੁਝ ਠੀਕ ਵੀ ਬੋਲਦਾ ਹੈ, ਅਤੇ ਛੋਟੇ ਹੁੰਦਿਆਂ ਜਦੋਂ ਉਹ ਤੋਤਲੀ ਜ਼ਬਾਨ ਵਿੱਚ ਗੱਲਾਂ ਕਰਦਾ ਹੈ, ਬੋਲਣ ਲੱਗਿਆ ਕੁਝ ਗਲਤੀਆਂ ਕਰਦਾ ਹੈ ਅਤੇ ਸਾਨੂੰ ਚੰਗਾ ਵੀ ਲੱਗਦਾ ਹੈ ਅਤੇ ਅਸੀਂ ਉਸਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਵੀ ਕਰ ਦਿੰਦੇ ਹਾਂ। ਪਰ ਜਿਉਂ-ਜਿਉਂ ਉਹ ਵੱਡਾ ਹੁੰਦਾ ਹੈ ਤਾਂ ਹੌਲੀ ਹੌਲੀ ਕੁਝ ਗਲਤੀਆਂ ਉਸਦੀਆਂ ਆਪੇ ਹੀ ਠੀਕ ਹੋ ਜਾਂਦੀਆਂ ਹਨ, ਪਰ ਕੁਝ ਗਲਤੀਆਂ ਨੂੰ ਠੀਕ ਕੀਤਾ ਜਾਂਦਾ ਹੈ। ਮਨੁੱਖ ਦੀਆਂ ਭਾਸ਼ਾ ਸੰਬੰਧੀ ਗਲਤੀਆਂ ਦਾ ਕਿਵੇਂ ਪਤਾ ਲੱਗਦਾ ਹੈ ਅਤੇ ਉਹ ਕਿਸ ਤਰ੍ਹਾਂ ਸੁਧਾਰੀਆਂ ਜਾਂਦੀਆਂ ਹਨ, ਇਹਨਾਂ ਨਿਯਮਾਂ ਸੰਬੰਧੀ ਨਿਯਮਾਵਲੀ ਦੀ ਰਚਨਾ ਹੀ ਵਿਆਕਰਨ ਹੈ। ਨਿਯਮਾਂ ਦੇ ਅਜਿਹੇ ਸਮੂਹ ਤੋਂ ਹੀ ਵਿਆਕਰਨ ਦਾ ਸਰੂਪ ਬਣਦਾ ਹੈ, ਜਾਂ ਅਸੀਂ ਇੰਝ ਵੀ ਵਿਆਕਰਨ ਦੀ ਪਰਿਭਾਸ਼ਾ ਦੇ ਸਕਦੇ ਹਾਂ ਕਿ ਵਿਆਕਰਨ ਉਹ ਵਿੱਦਿਆ ਜਾਂ ਪੜ੍ਹਾਈ ਹੈ ਜਿਸ ਵਿੱਚ ਭਾਸ਼ਾ ਦੇ ਨਿਯਮਾਂ ਨੂੰ ਜਾਣਿਆ ਅਤੇ ਸਮਝਿਆ ਜਾਂਦਾ ਹੈ। ਬੱਚਿਓ, ਇਹ ਵੀ ਗੱਲ ਨੂੰ ਯਾਦ ਰੱਖਣਾ ਹੈ ਕਿ ਹਰ ਭਾਸ਼ਾ ਦਾ ਆਪਣਾ ਵਿਆਕਰਨ ਹੁੰਦਾ ਹੈ, ਜਿਸ ਨੂੰ ਕਿਸੇ ਦੂਜੀ ਭਾਸ਼ਾ ਉੱਤੇ ਅਸੀਂ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕਦੇ, ਅਤੇ ਸਮੇਂ ਦੇ ਨਾਲ ਨਾਲ ਭਾਸ਼ਾ ਬਦਲਦੀ ਵੀ ਹੈ, ਵਿਕਾਸ ਵੀ ਕਰਦੀ ਹੈ, ਜਿਸ ਕਰਕੇ ਉਸ ਦੇ ਨਿਯਮਾਂ ਵਿੱਚ ਵੀ ਤਬਦੀਲੀ ਲਿਆਉਣੀ ਪੈਂਦੀ ਹੈ ਅਤੇ ਵਿਆਕਰਨ ਵਿੱਚ ਵੀ। ਕੁਝ ਲੋਕ ਇਹ ਵੀ ਕਹਿ ਦਿੰਦੇ ਆ ਕਿ ਵਿਆਕਰਨ ਕੇਵਲ ਲਿਖਤੀ ਭਾਸ਼ਾ ਦਾ ਹੁੰਦਾ ਹੈ, ਬੋਲਚਾਲ ਦੀ ਭਾਸ਼ਾ ਦਾ ਨਹੀਂ। ਬੱਚਿਓ, ਇਹ ਸੋਚਣਾ ਵੀ ਗਲਤ ਹੈ, ਕਿਉਂਕਿ ਬੋਲਚਾਲ ਦੀ ਭਾਸ਼ਾ ਉਚਰਿਤ ਭਾਸ਼ਾ ਹੀ ਨੇਮਬੱਧ ਤਰੀਕੇ ਨਾਲ ਲਿਖਤੀ ਰੂਪ ਲੈਂਦੀ ਹੈ। ਬੋਲਚਾਲ ਜਾਂ ਉਚਰਿਤ ਭਾਸ਼ਾ ਦਾ ਲਿਖਤੀ ਭਾਸ਼ਾ ਦੇ ਵਿਆਕਰਨ ਨਾਲੋਂ ਅੰਤਰ ਕੇਵਲ ਇਸ ਗੱਲ ਵਿੱਚ ਹੁੰਦਾ ਹੈ ਕਿ ਇਸ ਦੇ ਨਿਯਮ ਇੰਨੇ ਪੱਕੇ ਨਹੀਂ ਹੁੰਦੇ। ਜਦੋਂ ਅਸੀਂ ਬੋਲਦੇ ਹਾਂ, ਗੱਲਾਂ ਕਰਦੇ ਹਾਂ ਅਤੇ ਅਸੀਂ ਨਿਯਮਾਂ ਦਾ ਧਿਆਨ ਨਹੀਂ ਰੱਖਦੇ, ਜਾਣੀ ਕਿ ਬੋਲਚਾਲ ਦੀ ਭਾਸ਼ਾ ਦੇ ਜਿਹੜੇ ਨਿਯਮ ਨੇ ਉਹ ਪੱਕੇ ਨਹੀਂ ਹਨ, ਸਖਤ ਨਹੀਂ ਹਨ, ਪੀਡੇ ਨਹੀਂ ਹਨ। ਅਸੀਂ ਬੋਲਣ ਲੱਗਿਆਂ ਇੰਨਾ ਧਿਆਨ ਨਹੀਂ ਰੱਖਦੇ, ਪਰ ਲਿਖਤੀ ਭਾਸ਼ਾ ਦੇ ਜਿਹੜੇ ਨਿਯਮ ਹਨ ਉਹ ਸਖਤ ਹਨ, ਪੀਡੇ ਹਨ, ਪੱਕੇ ਹਨ। ਅਤੇ ਬੋਲਣ ਲੱਗਿਆਂ ਜਿਹੜਾ ਬੋਲਣ ਵਾਲਾ ਹੈ ਉਹ ਆਮ ਤੌਰ 'ਤੇ ਆਪਣੇ ਸਰੋਤੇ, ਭਾਵ ਉਸਨੂੰ ਜੋ ਸੁਣਨ ਵਾਲਾ ਵਾ, ਉਹਦੇ ਸਨਮੁਖ ਹੁੰਦਾ, ਉਹਦੇ ਸਾਹਮਣੇ ਹੁੰਦਾ, ਅਤੇ ਜਿਸ ਕਰਕੇ ਉਹ ਵਿਆਕਰਨਿਕ ਨਿਯਮਾਂ ਵਿੱਚ ਜਿਹੜੀ ਲਈ ਖੁੱਲ੍ਹ ਆ, ਜਿਵੇਂ ਅਸੀਂ ਲਿਖਤੀ ਭਾਸ਼ਾ ਵਿੱਚ ਵਿਆਕਰਨ ਨਿਯਮਾਂ ਦਾ ਧਿਆਨ ਰੱਖਦੇ ਹਾਂ, ਪਰ ਬੋਲਚਾਲ ਦੀ ਭਾਸ਼ਾ ਵਿੱਚ ਉਹ ਇਸ ਖੁੱਲ੍ਹ ਨੂੰ ਆਪਣੀ ਗੱਲ ਨੂੰ ਦੁਹਰਾ ਕੇ ਚਿਹਰੇ ਦੇ ਪ੍ਰਭਾਵਾਂ ਜਾਂ ਇਸ਼ਾਰਿਆਂ ਦੀ ਸਹਾਇਤਾ ਨਾਲ ਪੂਰਾ ਕਰ ਲੈਂਦਾ ਹੈ। ਇਹੀ ਅੰਤਰ ਹੈ ਬੋਲਚਾਲ ਅਤੇ ਲਿਖਤੀ ਭਾਸ਼ਾ ਦਾ। ਹੁਣ ਵਿਆਕਰਨ ਦਾ ਮੰਤਵ ਕੀ ਹੈ, ਉਦੇਸ਼ ਕੀ ਹੈ? ਬੱਚਿਓ, ਇਹ ਵਿਆਕਰਨ ਹੀ ਹੈ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਧੁਨੀਆਂ ਤੋਂ ਅੱਖਰ, ਅੱਖਰਾਂ ਤੋਂ ਸ਼ਬਦ, ਸ਼ਬਦਾਂ ਤੋਂ ਵਾਕ ਅਤੇ ਵਾਕਾਂ ਤੋਂ ਉਪਵਾਕਾਂ ਦਾ ਨਿਰਮਾਣ ਕਿਵੇਂ ਹੁੰਦਾ ਹੈ। ਵਿਆਕਰਨ ਤੋਂ ਹੀ ਸਾਨੂੰ ਭਾਸ਼ਾ ਦੇ ਸ਼ੁੱਧ ਅਤੇ ਮਿਆਰੀ ਰੂਪ ਦਾ ਪਤਾ ਲੱਗਦਾ ਹੈ, ਅਤੇ ਭਾਸ਼ਾ ਦੀ ਸੁਚੱਜੀ ਅਤੇ ਸਫਲ ਵਰਤੋਂ ਕਰ ਸਕਣ ਦੀ ਜਾਚ ਆਉਂਦੀ ਹੈ। ਵਿਆਕਰਨ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕਿਸੇ ਭਾਸ਼ਾ ਨੂੰ ਇੱਕ ਚੰਗੇ ਢੰਗ ਨਾਲ, ਸੁਚੱਜੇ ਢੰਗ ਨਾਲ, ਸਾਫ ਸੁਥਰੇ ਢੰਗ ਨਾਲ, ਨਿਯਮਾਂ ਦੇ ਨਾਲ ਕਿਵੇਂ ਲਿਖਣਾ ਹੈ, ਜਿਸ ਨਾਲ ਸਾਡੇ ਅੰਦਰ
ਸਵੈ ਵਿਸ਼ਵਾਸ ਜਾਗਦਾ ਹੈ। ਬੱਚਿਓ, ਸਵੈ ਵਿਸ਼ਵਾਸ ਕਿਵੇਂ? ਜਦੋਂ ਸਾਨੂੰ ਵਿਆਕਰਨ ਦੇ ਪੂਰੇ ਨਿਯਮ ਆਉਂਦੇ ਆ, ਆਪਾਂ ਲਿਖਦੇ ਹਾਂ, ਗਲਤੀਆਂ ਨਹੀਂ ਕਰਦੇ, ਸੁੰਦਰ ਲਿਖਾਈ ਦੇ ਵਿੱਚ ਕੰਮ ਕਰਦੇ ਹਾਂ, ਸਾਨੂੰ ਸ਼ਾਬਾਸ਼ ਮਿਲਦੀ ਹੈ ਅਧਿਆਪਕਾਂ ਕੋਲੋਂ, ਵੱਡਿਆਂ ਕੋਲੋਂ, ਅਤੇ ਸਾਡੇ ਅੰਦਰ ਕੀ ਹੈ, ਇੱਕ ਆਤਮ ਵਿਸ਼ਵਾਸ, ਸਵੈ ਵਿਸ਼ਵਾਸ ਪੈਦਾ ਹੁੰਦਾ ਹੈ ਜਦੋਂ ਅਸੀਂ ਠੀਕ ਹੁੰਦੇ ਹਾਂ, ਕਰੈਕਟ ਹੁੰਦੇ ਹਾਂ। ਸੋ ਅਸੀਂ ਕਹਿ ਸਕਦੇ ਹਾਂ ਕਿ ਵਿਆਕਰਨ ਕੋਈ ਪੁਸਤਕ ਨਹੀਂ, ਸਗੋਂ ਨਿਯਮਾਵਲੀ ਹੈ, ਗਿਆਨ ਪ੍ਰਬੰਧ ਹੈ। ਉਹ ਗਿਆਨ ਦਾ ਸਾਧਨ ਜਿਸ ਵਿੱਚ ਭਾਸ਼ਾ ਦੇ ਨਿਯਮ ਦਰਜ ਕੀਤੇ ਜਾਂਦੇ ਹਨ, ਉਹਨਾਂ ਦੀ ਵਿਆਖਿਆ ਕੀਤੀ ਜਾਂਦੀ ਹੈ, ਉਸ ਨੂੰ ਵਿਆਕਰਨ ਕਹਿੰਦੇ ਹਨ। ਅਤੇ ਪੰਜਾਬੀ ਦੀ ਵਿਆਕਰਨ ਵਿੱਚ ਵੀ ਅਸੀਂ ਪੰਜਾਬੀ ਭਾਸ਼ਾ ਅਤੇ ਉਸ ਸੰਬੰਧੀ ਜਿਹੜੇ ਨਿਯਮ ਹੈ ਉਹ ਦਰਜ ਹੁੰਦੇ ਹਨ। ਹੁਣ ਬੱਚਿਓ ਅਸੀਂ ਗੱਲ ਕਰਾਂਗੇ ਵਿਆਕਰਨ ਦੇ ਅੰਗਾਂ ਦੀ, ਕਿ ਵਿਆਕਰਨ ਦੇ ਕਿੰਨੇ ਅੰਗ ਹਨ। ਵਿਆਕਰਨ ਦੇ ਮੁੱਖ 4 ਅੰਗ ਹਨ। ਕਿਹੜੇ ਕਿਹੜੇ? ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ। ਧੁਨੀਆਂ ਦਾ ਅਧਿਐਨ ਕਰਨ ਵਾਲੇ ਨੂੰ ਅਸੀਂ ਧੁਨੀ ਬੋਧ ਕਹਿੰਦੇ ਹਾਂ ਵਿਆਕਰਨ 'ਚ। ਸ਼ਬਦਾਂ ਦਾ ਅਧਿਐਨ ਕਰਨ ਵਾਲੇ ਭਾਗ ਨੂੰ ਅਸੀਂ ਸ਼ਬਦ ਬੋਧ ਕਹਿੰਦੇ ਹਾਂ, ਅਤੇ ਵਾਕਾਂ ਦਾ ਅਧਿਐਨ ਕਰਨ ਵਾਲੇ ਭਾਗ ਨੂੰ ਅਸੀਂ ਵਾਕ ਬੋਧ ਕਹਿੰਦੇ ਹਾਂ, ਅਤੇ ਅਰਥਾਂ ਦਾ ਅਧਿਐਨ ਕਰਨ ਵਾਲੇ ਨੂੰ ਅਸੀਂ ਅਰਥ ਬੋਧ ਕਹਿੰਦੇ ਹਾਂ। ਧੁਨੀ ਬੋਧ ਦੇ ਵਿੱਚ ਧੁਨੀ ਕੀ ਹੈ, ਸਵਰ ਧੁਨੀਆਂ, ਵਿਅੰਜਨ ਧੁਨੀਆਂ, ਲਘੂ ਸਵਰ, ਦੀਰਘ ਸਵਰ ਆਦਿ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ। ਸ਼ਬਦ ਬੋਧ ਦੇ ਵਿੱਚ ਸ਼ਬਦਾਂ ਦੇ 8 ਭੇਦ ਜਿਹੜੇ ਕਿ ਤੁਸੀਂ ਪੜ੍ਹਦੇ ਹੋ 6ਵੀਂ ਤੋਂ ਹੀ, ਨਾਮ, ਪੜਨਾਮ, ਕਿਰਿਆ, ਕਿਰਿਆ ਵਿਸ਼ੇਸ਼ਣ, ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ ਆਦਿ ਇਸ ਬਾਰੇ ਜਾਣਕਾਰੀ ਹੁੰਦੀ ਹੈ। ਵਾਕ ਬੋਧ ਦੇ ਵਿੱਚ ਵਾਕਾਂ ਦਾ ਅਧਿਐਨ, ਵਾਕਾਂ ਦੀ ਬਣਤਰ, ਵਾਕ ਕਿੰਨੀ ਕਿਸਮ ਦੇ ਹੁੰਦੇ ਹਨ, ਇਸ ਬਾਰੇ ਜਾਣਕਾਰੀ ਹੁੰਦੀ ਹੈ। ਅਤੇ ਅਰਥ ਬੋਧ ਵਿੱਚ ਸ਼ਬਦਾਂ ਦਾ ਜਾਂ ਵਾਕਾਂ ਦੀ ਅਰਥ ਪੱਖੋਂ ਵਿਆਖਿਆ, ਜਿਸ ਦੇ ਵਿੱਚ ਤੁਸੀਂ ਬਹੁਅਰਥਕ ਸ਼ਬਦ ਪੜ੍ਹਦੇ ਹੋ, ਸਮਾਨਾਰਥਕ ਸ਼ਬਦ ਪੜ੍ਹਦੇ ਹੋ, ਵਿਰੋਧੀ ਸ਼ਬਦ ਹਨ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹਨ। ਅਤੇ ਹੁਣ ਅਸੀਂ ਇਹ ਜਾਣਾਂਗੇ ਸਭ ਤੋਂ ਪਹਿਲਾਂ ਕਿ ਧੁਨੀ ਬੋਧ ਕੀ ਹੈ। ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਧੁਨੀ ਕੀ ਹੈ? ਇਹ ਇੱਕ ਆਵਾਜ਼ ਹੈ ਜਿਹੜੀ ਸਾਡੇ ਸੰਗ ਜਾਂ ਗਲੇ ਵਿੱਚੋਂ ਬੋਲਣ ਲੱਗਿਆਂ ਨਿਕਲਦੀ ਹੈ, ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਹਨ, ਉਹਨਾਂ ਨੂੰ ਵਿਆਕਰਨ ਵਿੱਚ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਦਾ ਕੋਈ ਵੀ ਸ਼ਬਦ ਉਚਾਰਿਆ ਜਾਵੇ ਤਾਂ ਉਸਦਾ ਨਿਖੇੜ ਕਰਨ 'ਤੇ, ਜਦੋਂ ਅਸੀਂ ਉਸਦਾ ਨਿਖੇੜਾ ਕਰਦੇ ਹਾਂ ਉਸ ਸ਼ਬਦ ਦਾ, ਅਤੇ ਫਿਰ ਹੀ ਸਾਨੂੰ ਧੁਨੀਆਂ ਦਾ ਪਤਾ ਚੱਲਦਾ ਹੈ। ਉਦਾਹਰਨ ਲਈ ਜਿਵੇਂ ਕਲਮ ਇੱਕ ਸ਼ਬਦ ਹੈ, ਠੀਕ ਹੈ ਜੀ, ਅਤੇ ਇਸ ਵਿੱਚ 3 ਧੁਨੀਆਂ ਹਨ, ਕੱਕਾ, ਲੱਲਾ, ਮੱਮਾ, ਕ, ਲ, ਮ। ਉਂਝ ਇਹ ਮੰਨਿਆ ਜਾਂਦਾ ਕਿ ਹਰ ਇੱਕ ਅੱਖਰ ਦੇ ਵਿੱਚ ਇੱਕ ਇੱਕ ਧੁਨੀ ਜਿਹੜੀ ਆ ਉਹ ਐੜੇ ਦੀ ਵੀ ਸਮਾਈ ਹੁੰਦੀ ਹੈ, ਅਤੇ ਜੇ ਉਹ ਧੁਨੀ ਨਾ ਹੋਵੇ ਤਾਂ ਜਿਹੜਾ ਅੱਖਰ ਹੈ ਉਹ ਅੱਧਾ ਹੁੰਦਾ ਹੈ। ਪਰ ਬੱਚੋ ਇਹ ਗੱਲ ਯਾਦ ਰੱਖਣਾ ਕਿ ਜੇ ਕਿਸੇ ਅੱਖਰ ਨਾਲ ਕੋਈ ਹੋਰ ਚਿੰਨ੍ਹ ਜਾਂ ਮਾਤਰਾ ਲੱਗੀ ਆ ਅਤੇ ਫਿਰ ਅਸੀਂ ਐੜੇ ਦੀ ਧੁਨੀ ਨਹੀਂ ਮੰਨਦੇ। ਜਿਵੇਂ ਫਰਜ਼ ਕਰੋ ਸੀਤਾ ਸ਼ਬਦ ਆ, ਇਸ ਵਿੱਚ ਸੱਸੇ ਨੂੰ ਬਿਹਾਰੀ ਲੱਗੀ ਹੈ, ਤੱਤੇ ਨੂੰ ਕੰਨਾ ਲੱਗਾ ਹੈ, ਇਸ ਕਰਕੇ ਇਹਦੇ ਵਿੱਚ ਅਸੀਂ ਐੜੇ ਦੀ ਧੁਨੀ ਨਹੀਂ ਗਿਣਾਂਗੇ। ਇਸ ਵਿੱਚ 4 ਧੁਨੀਆਂ ਹਨ, ਸ, ਈ, ਤ ਅਤੇ ਆ। ਠੀਕ ਹੈ ਜੀ। ਹੁਣ ਇਹ ਕਿ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ 2 ਵਰਗਾਂ ਵਿੱਚ ਵੰਡ ਲਿਆ ਜਾਂਦਾ। ਉਹ ਕਿਹੜੀਆਂ ਕਿਹੜੀਆਂ ਨੇ? ਤੁਸੀਂ ਪੜ੍ਹਿਆ ਹੋਏਗਾ, ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ। ਹੁਣ ਸਵਰ ਧੁਨੀਆਂ ਕੀ ਨੇ? ਸਵਰ ਉਹ ਧੁਨੀ ਹੈ
ਜਿਹੜੀ ਉਚਾਰਨ ਸਮੇਂ ਸਾਹ ਅੰਗਾਂ ਵਿੱਚੋਂ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਹੁੰਦੀ ਹੈ। ਕੋਈ ਰੁਕਾਵਟ ਸਾਡੇ ਜਿਹੜੇ ਉਚਾਰਨ ਅੰਗ ਨੇ ਕੋਈ ਰੁਕਾਵਟ ਨਹੀਂ ਪਾਉਂਦੇ, ਉਹਨਾਂ ਨੂੰ ਬੋਲਣ ਲਈ ਬਹੁਤ ਘੱਟ ਸਮਾਂ ਲੱਗਦਾ ਹੈ। ਅਤੇ ਪੰਜਾਬੀ ਭਾਸ਼ਾ ਦੇ ਵਿੱਚ ਕਿੰਨੀਆਂ ਸਵਰ ਧੁਨੀਆਂ ਹਨ? 10। 10 ਕਿਵੇਂ? ਬੱਚਿਓ, ਤੁਹਾਨੂੰ ਮੈਂ ਬਹੁਤ ਹੀ ਆਸਾਨ ਇੱਕ ਫਾਰਮੂਲਾ ਦੱਸੀ ਹਾਂ ਜਿਹੜਾ ਕਿ ਤੁਸੀਂ ਉਹ ਯਾਦ ਰੱਖਣਾ। ਸਾਡੇ ਪੰਜਾਬੀ ਦੇ ਵਿੱਚ 3 ਸਵਰ ਨੇ, ਊੜਾ, ਐੜਾ ਅਤੇ ਈੜੀ। ਕਈ ਵਾਰ ਕੁਐਸਚਨ ਆਉਂਦਾ ਹੈ ਕਿ ਪੰਜਾਬੀ ਦੇ ਵਿੱਚ ਸਵਰ ਕਿੰਨੇ ਹਨ, ਅਤੇ ਬੱਚੇ 10 ਲਿਖ ਦਿੰਦੇ ਆ। ਜਿਹੜੇ 10 ਨੇ ਉਹ ਸਵਰ ਧੁਨੀਆਂ ਨੇ। ਊੜਾ, ਐੜਾ, ਈੜੀ ਇਹ ਸਵਰ ਨੇ, ਅਤੇ ਇਹਨਾਂ ਦੇ ਨਾਲ ਤੁਸੀਂ ਫਾਰਮੂਲਾ ਯਾਦ ਰੱਖਣਾ 3 4 3 ਦਾ। ਊੜੇ ਨਾਲ 3 ਮਾਤਰਾ ਲੱਗਦੀਆਂ, ਐੜੇ ਨਾਲ 4 ਲੱਗਦੀਆਂ ਹਨ, ਅਤੇ ਈੜੀ ਨਾਲ ਵੀ 3 ਲੱਗਦੀਆਂ ਹਨ। ਊੜੇ ਨਾਲ 3 ਕਿਹੜੀਆਂ ਕਿਹੜੀਆਂ? ਊੜੇ ਨਾਲ ਔਂਕੜ, ਦੁਲੈਂਕੜ ਅਤੇ ਹੋੜਾ। ਐੜੇ ਨਾਲ 4 ਕਿਹੜੀਆਂ? ਮੁਕਤਾ, ਕੰਨਾ, ਦੁਲਾਵਾਂ ਅਤੇ ਕਨੂੜਾ। ਅਤੇ ਈੜੀ ਨਾਲ 3 ਕਿਹੜੀਆਂ? ਈੜੀ ਨਾਲ ਲਾਂ, ਸਿਆਰੀ ਅਤੇ ਬਿਆਰੀ। ਅਤੇ ਇਹ ਮਿਲਾ ਕੇ 3 4 3 ਇਹ ਫਾਰਮੂਲਾ ਤੁਸੀਂ ਯਾਦ ਰੱਖਣਾ ਹੈ। ਅਤੇ ਸਾਡੀਆਂ ਸਵਰ ਧੁਨੀਆਂ ਕਿੰਨੀਆਂ ਹੋ ਗਈਆਂ? 10, ਜਿਸ ਨੂੰ ਅਸੀਂ ਕਿਸ ਤਰ੍ਹਾਂ ਬੋਲਦੇ ਹਾਂ? ਅ ਯਾਨੀ ਕਿ ਮੁਕਤਾ, ਆ ਯਾਨੀ ਕਿ ਕੰਨਾ, ਈ ਸਿਆਰੀ, ਈ ਬਿਹਾਰੀ, ਊ ਔਂਕੜ, ਊ ਦੁਲੈਂਕੜ, ਏ ਲਾਂ, ਐ ਦੁਲਾਵਾਂ, ਓ ਹੋੜਾ ਅਤੇ ਔ ਕਨੋੜਾ। ਇਹ ਸਾਡੀਆਂ 10 ਸਵਰ ਧੁਨੀਆਂ ਨੇ। ਹੁਣ ਇਹ ਸਵਰ ਧੁਨੀਆਂ ਵੀ 2 ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਹੈ ਲਘੂ ਸਵਰ ਧੁਨੀਆਂ, ਜਿਹਨੂੰ ਅਸੀਂ ਘੱਟ ਸਾਹ ਲੱਗਣ ਵਾਲੀਆਂ ਧੁਨੀਆਂ ਵੀ ਕਹਿੰਦੇ ਹਾਂ, ਅਤੇ ਇੱਕ ਹੈ ਦੀਰਘ ਸਵਰ ਧੁਨੀਆਂ, ਜਿਸ ਨੂੰ ਅਸੀਂ ਵੱਧ ਸਾਹ ਲੱਗਣ ਵਾਲੀਆਂ ਧੁਨੀਆਂ ਆਖਦੇ ਹਾਂ। ਪੰਜਾਬੀ ਦੇ ਵਿੱਚ ਊ, ਅ ਅਤੇ ਈ ਲਘੂ ਸਵਰ ਧੁਨੀਆਂ ਹਨ, ਜਿਸ ਨੂੰ ਅਸੀਂ ਕੀ ਕਹਿੰਦੇ ਹਾਂ? ਔਂਕੜ, ਮੁਕਤਾ ਅਤੇ ਸਿਆਰੀ। ਅਤੇ ਆ, ਈ, ਊ, ਏ, ਐ, ਓ, ਔ ਇਹ ਸਾਰੀਆਂ ਦੀਰਘ ਸਵਰ ਧੁਨੀਆਂ ਹਨ, ਕਿਉਂਕਿ ਇਹਨਾਂ ਧੁਨੀਆਂ ਨੂੰ ਉਚਾਰਨ ਵੇਲੇ ਲਘੂ ਸਵਰ ਧੁਨੀਆਂ ਨਾਲੋਂ ਜ਼ਿਆਦਾ ਸਮਾਂ ਲੱਗਦਾ ਹੈ। ਇਹ ਸੀ ਸਾਡੀਆਂ ਸਵਰ, ਲਘੂ ਸਵਰ ਧੁਨੀਆਂ ਅਤੇ ਦੀਰਘ ਸਵਰ ਧੁਨੀਆਂ। ਲਘੂ ਮਤਲਬ ਛੋਟਾ, ਜਿਹਨੂੰ ਘੱਟ ਸਮਾਂ ਲੱਗਦਾ ਬੋਲਣ ਲੱਗਿਆਂ। ਦੀਰਘ ਮਤਲਬ ਲੰਬਾ, ਵੱਡਾ, ਜਿਸ ਨੂੰ ਬੋਲਣ ਲੱਗਿਆਂ ਵੱਧ ਸਾਹ ਲੱਗਦਾ। ਹੁਣ ਪੰਜਾਬੀ ਵਿੱਚ ਸਵਰ ਅਤੇ ਵਿਅੰਜਨ ਧੁਨੀਆਂ ਦੇ ਨਾਲ ਨਾਲ ਅਰਧ ਸਵਰ ਵੀ ਹਨ। ਉਹ ਭਲਾ ਕਿਹੜੇ ਹਨ ਬੱਚਿਓ ਅਰਧ ਸਵਰ? ਉਹ ਹਨ ਯਯਾ ਅਤੇ ਵਵਾ। ਤੁਸੀਂ ਕਦੀ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਹੈ ਕਿ ਕਿਸੇ ਸ਼ਬਦ ਦੇ ਵਿਚਕਾਰ ਆਉਣ ਸਮੇਂ ਜਿਹੜਾ ਵਵਾ ਹੈ ਉਹ ਬਹੁਤ ਵਾਰ ਊ ਵਿੱਚ ਤਬਦੀਲ ਹੋ ਜਾਂਦਾ। ਜਿਵੇਂ ਕਈ ਬੱਚੇ ਬੋਲਦੇ ਆ ਕਿ ਮੈਡਮ ਜੀ ਅਸੀਂ ਸਵਾਲ ਕੱਢ ਲਿਆ ਵਾ, ਅਤੇ ਕੁਝ ਕੀ ਬੋਲਦੇ ਆ? ਮੈਡਮ ਜੀ ਸਵਾਲ। ਇੱਥੇ ਵਵਾ ਕਿਹਦੇ 'ਚ ਤਬਦੀਲ ਹੋ ਗਿਆ? ਊ 'ਚ। ਅਤੇ ਕੁਝ ਕੀ ਕਹਿੰਦੇ ਨੇ? ਹੁਣ ਜਿਵੇਂ ਗਵਾਚਾ, ਮੇਰਾ ਪੈਨ ਗਵਾਚ ਗਿਆ ਹੈ, ਅਤੇ ਕੁਛ ਬੱਚੇ
किस तरह बोलते हैं कि मेरा पेन गुआच गया है। ठीक है। इसी तरह येया यक्के वाला ਉਹ ਕਈ ਵਾਰ ਜੱਜੇ ਵਿੱਚ ਬਦਲ ਜਾਂਦਾ ਹੈ, ਜਿਵੇਂ ਯੁੱਗ ਤੋਂ ਯੁੱਗ, ਸੰਯੁਕਤ ਤੋਂ ਸੰਯੁਕਤ। ਇਹ ਸਾਡੇ ਪੰਜਾਬੀ ਭਾਸ਼ਾ ਦੇ ਯਯਾ ਅਤੇ ਵਵਾ ਅਰਧ ਸਵਰ ਹਨ। ਹੁਣ ਅਸੀਂ ਕਰਾਂਗੇ ਵਿਅੰਜਨ ਧੁਨੀਆਂ। ਵਿਅੰਜਨ ਧੁਨੀਆਂ ਕਿਹੜੀਆਂ ਹੁੰਦੀਆਂ ਹਨ? ਵਿਅੰਜਨ ਉਹ ਧੁਨੀ ਹੁੰਦੀ ਹੈ ਜਿਸ ਨੂੰ ਉਚਾਰਨ ਵੇਲੇ ਉਚਾਰਨ ਅੰਗ ਸਾਹ ਦੀ ਹਵਾ ਨੂੰ, ਜਾਣੀ ਕਿ ਫੇਫੜਿਆਂ ਵਿੱਚੋਂ ਆਉਂਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਉੱਤੇ ਥੋੜ੍ਹੀ ਜਾਂ ਜ਼ਿਆਦਾ ਮਾਤਰਾ ਵਿੱਚ ਰੋਕਦੇ ਨੇ। ਇਹ ਵਿਅੰਜਨ ਧੁਨੀਆਂ ਨੂੰ ਬੋਲਣ ਲੱਗਿਆਂ ਕਦੇ ਮਨੁੱਖ ਦੀ ਜੀਭ ਕਦੀ ਤਾਲੂ ਨੂੰ ਲੱਗਦੀ ਹੈ, ਕਦੀ ਦੰਦਾਂ ਦੇ ਅੰਦਰਲੇ ਪਾਸੇ ਲੱਗਦੀ ਹੈ, ਅਤੇ ਕਈ ਵਾਰ ਬੁੱਲ ਕੁਝ ਸਮੇਂ ਲਈ ਮੀਟੇ ਜਾਂਦੇ ਹਨ। ਉਚਾਰਨ ਸਥਾਨ ਦੇ ਆਧਾਰ 'ਤੇ ਹੁਣ ਸਾਡੇ ਉਚਾਰਨ ਅੰਗ ਤੁਹਾਨੂੰ ਪਹਿਲੇ ਪਤਾ ਹੋਣੇ ਚਾਹੀਦੇ, ਜੋ ਸਾਨੂੰ ਬੋਲਣ ਲੱਗਿਆਂ ਸਾਡੀ ਮਦਦ ਕਰਦੇ ਨੇ। ਸਾਡਾ ਕੰਠ ਹੈ, ਤਾਲੂ ਆ, ਸਾਡੀ ਜੀਭ ਹੈ, ਦੰਦ ਹੈ, ਬੁੱਲ ਨੇ, ਇਹ ਸਾਡੀ ਬੋਲਣ ਲੱਗਿਆਂ ਸਹਾਇਤਾ ਕਰਦੇ ਨੇ। ਅਤੇ ਉਚਾਰਨ ਸਥਾਨ ਦੇ ਆਧਾਰ 'ਤੇ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਕਿਹੜੀਆਂ ਕਿਹੜੀਆਂ ਨੇ ਫਿਰ? ਕੰਠੀ, ਤਾਲਵੀ, ਉਲਟ ਜੀਬੀ, ਦੰਤੀ, ਹੋਂਠੀ ਅਤੇ ਸੁਰਯੰਤਰੀ। ਹੁਣ ਪਹਿਲੀ ਜੋ ਤੁਹਾਡੀ ਵਰਨਮਾਲਾ ਦੀ ਜੋ ਪਹਿਲੀ ਲਾਈਨ ਹੈ ਕੱਕੇ ਵਾਲੀ, ਕੱਕਾ, ਖੱਖਾ, ਗੱਗਾ, ਘੱਗਾ, ঙ, ਇਹ ਕੀ ਹੈ? ਕੰਠੀ 'ਚ। ਇਹਨੂੰ ਬੋਲ ਕੇ ਦੇਖੋ। ਤਾਲਵੀ ਚੱਚੇ ਵਾਲੀ ਲਾਈਨ, ਤਾਲੂ ਨੂੰ ਛੂੰਹਦੀ ਜੀਭ, ਉਲਟ ਜੀਬੀ ਜਿਹਨੂੰ ਬੋਲਣ ਲੱਗਿਆਂ ਟੈਂਕੇ ਵਾਲੀ ਲਾਈਨ, ਟੈਂਕਾ, ਠੱਠਾ, ਡੱਡਾ, ਬੋਲ ਕੇ ਦੇਖੋ ਜੀਭ ਸਾਡੀ ਉਲਟ ਹੋ ਜਾਂਦੀ ਆ, ਤਾਲੂ ਨੂੰ ਛੂੰਹਦੀ। ਦੰਤੀ ਜਿਹਨੂੰ ਬੋਲਣ ਲੱਗਿਆਂ ਸਾਡੇ ਜੀਭ ਦੰਦਾਂ ਨੂੰ ਛੂੰਹਦੀ ਹੈ, ਤੱਤਾ, ਥੱਥਾ, ਦੱਦਾ, ਤੱਤੇ ਵਾਲੀ ਲਾਈਨ। ਅਤੇ ਹੋਂਠੀ ਮਤਲਬ ਜਦੋਂ ਅਸੀਂ ਬੋਲਦੇ ਹਾਂ ਅਤੇ ਸਾਡੇ ਬੁੱਲ ਇੱਕ ਦੂਜੇ ਨੂੰ ਛੂੰਹਦੇ ਆ ਅਤੇ ਮੂੰਹ ਖੁੱਲ੍ਹ ਜਾਂਦਾ। ਪੱਪਾ, ਫੱਫਾ, ਬੱਬਾ, ਇਹ ਕੀ ਨੇ? ਹੋਂਠੀ ਨੇ। ਅਤੇ ਹਾਹਾ ਜਿਹੜਾ ਵੈ, ਹਾਹਾ, ਇਹ ਸੁਰਯੰਤਰੀ ਹੈ। ਅਤੇ ਤੁਹਾਡੀ ਇਹ ਵਰਨਮਾਲਾ ਦੇ ਜਿਹੜੇ 41 ਅੱਖਰ ਨੇ, ਇਹਨਾਂ ਵਿੱਚੋਂ 5 ਜਿਹੜੇ ਨੇ ਉਹ ਕੀ ਨੇ? ਉਹ ਨਾਸਕੀ ਵਿਅੰਜਨ ਨੇ। ਕਿਹੜੇ ਕਿਹੜੇ ਨੇ? ਅੰਗਾ, ਨਈਆਂ, ਨਾਣਾ, ਨੰਨਾ ਅਤੇ ਮੰਮਾ। ਅਤੇ ਬੱਚਿਓ ਇਹ ਵੀ ਯਾਦ ਰੱਖਣਾ ਕਿ ਅੰਗਾ, ਨਈਆਂ, ਨਾਣਾ, ਡਾੜਾ, ਲੱਲੇ ਪੈਰ ਬਿੰਦੀ, ਇਹਨਾਂ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ। ਇਹ ਸੀ ਬੱਚਿਓ ਵਿਆਕਰਨ ਦੀ ਪਰਿਭਾਸ਼ਾ, ਮੰਤਵ, ਅੰਗਾਂ, ਧੁਨੀ ਬੋਧ ਬਾਰੇ ਜਾਣਕਾਰੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿ ਵਿਆਕਰਨ ਦੀ ਸਾਡੀ ਪੜ੍ਹਾਈ ਵਿੱਚ ਕੀ ਮਹੱਤਤਾ ਹੈ, ਵਿਆਕਰਨ ਦਾ ਮੰਤਵ ਕੀ ਹੈ, ਨਾਸਕੀ ਵਿਅੰਜਨ ਕਿਹੜੇ ਕਿਹੜੇ ਹਨ, ਸਵਰ ਅਤੇ ਵਿਅੰਜਨ ਧੁਨੀਆਂ ਕੀ ਹਨ, ਲਘੂ ਸਵਰ ਅਤੇ ਦੀਰਘ ਸਵਰ ਕੀ ਹੁੰਦੇ ਹਨ, ਉਚਾਰਨ ਸਥਾਨ ਦੇ ਆਧਾਰ 'ਤੇ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਕਿਹੜੀਆਂ ਹਨ, ਜਿਵੇਂ ਕਿ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਕਿਹੜੀਆਂ ਹਨ? ਕੰਠੀ, ਤਾਲਵੀ, ਉਲਟ ਜੀਬੀ, ਦੰਤੀ, ਹੋਂਠੀ। ਇਹ ਤੁਸੀਂ ਬੋਲ ਕੇ ਦੇਖਣੇ ਆ ਅੱਖਰ, ਤੁਸੀਂ ਆਪੇ ਬੋਲੋਗੇ ਜਦੋਂ ਅਭਿਆਸ ਕਰੋਗੇ ਬੋਲਣ ਦਾ, ਅਤੇ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ। ਅਤੇ ਕਿਹੜੇ ਅੱਖਰਾਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ, ਇਸ ਸਭ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ। ਇਸ ਸਭ ਨੂੰ
ਮੇਰੇ ਪਿਆਰੇ ਬੱਚਿਓ, ਤੁਸੀਂ ਕਾਪੀ 'ਤੇ ਨੋਟ ਕਰ ਲੈਣਾ ਹੈ ਅਤੇ ਯਾਦ ਵੀ ਕਰਨਾ ਹੈ। ਹੁਣ ਮੈਨੂੰ ਤੁਸੀਂ ਦਿਓ ਇਜਾਜ਼ਤ, ਫਿਰ ਮਿਲਾਂਗੇ। ਤਦ ਤੱਕ ਲਈ ਧੰਨਵਾਦ।